Today we are going to start topic that is variation of conductivity and molar conductivity with concentration. As we know, what is conductivity represented by kappa and molar conductivity which is represented by lambda m. ਹੁਣ ਦੇਖੋ as we know ਜਿਹੜੀ ਆਪਣੇ ਕੋਲ ਮੋਲਰ ਕੰਡਕਟਿਵਿਟੀ ਹੁੰਦੀ ਹੈ ਵਿਚ ਇਜ਼ ਇਨਕਰੀਜ਼ ਵਿਦ ਡਿਲੂਸ਼ਨ ਔਰ ਡਿਕਰੀਜ਼ ਵਿਦ ਕੰਸਨਟ੍ਰੇਸ਼ਨ। ਅਗਰ ਆਪਾਂ ਸੋਲਿਊਸ਼ਨ ਦੀ ਕੰਸਨਟ੍ਰੇਸ਼ਨ ਨੂੰ ਇਨਕਰੀਜ਼ ਕਰ ਦਈਏ ਤਾਂ ਆਪਣੇ ਕੋਲ ਜਿਹੜੀ ਕੰਡਕਟਿਵਿਟੀ ਆ ਉਹ ਕੀ ਹੋਏਗੀ, ਡਿਕਰੀਜ਼। ਅਗਰ ਆਪਾਂ ਸੋਲਿਊਸ਼ਨ ਨੂੰ ਡਿਲੂਟ ਕਰ ਦਈਏ ਤਾਂ ਉਹਦੀ ਜਿਹੜੀ ਕੰਡਕਟਿਵਿਟੀ ਆ, ਮੋਲਰ ਕੰਡਕਟਿਵਿਟੀ ਆ, ਦੈਟ ਵਿਲ ਬੀ ਇਨਕਰੀਜ਼। ਠੀਕ ਹੈ, ਕਿਉਂ ਹੁੰਦੀ ਹੈ? ਫੋਰ ਐਗਜ਼ਾਮਪਲ ਦੇਖੋ, ਆਪਾਂ ਇੱਥੇ ਕੋਈ ਵੀ ਬੀਕਰ ਲੈ ਰਹੇ ਹਾਂ, ਇੱਥੇ ਤੱਕ ਪਹਿਲਾਂ ਉਹਦੇ ਵਿੱਚ ਵਾਟਰ ਲਿਆ ਸੀਗਾ, ਦੈਟ ਇਜ਼ ਨੋਨ ਐਜ਼ ਲੈਵਲ ਫਸਟ। ਉਸ ਤੋਂ ਬਾਅਦ ਇਹਦੇ ਵਿੱਚ ਕੀ ਪਾਤਾ ਆਪਾਂ, ਸੋਡੀਅਮ ਕਲੋਰਾਈਡ। ਜਿਹੜਾ ਸੋਡੀਅਮ ਕਲੋਰਾਈਡ ਵਾਟਰ ਦੇ ਵਿੱਚ ਪਾਇਆ, ਇਟ ਵਿਲ ਡਿਸੋਸ਼ੀਏਟ ਇਨਟੂ Na ਪੋਜ਼ੀਟਿਵ ਪਲੱਸ Cl ਨੈਗੇਟਿਵ। ਲੈਟ ਦਿਸ ਇਜ਼ Na ਪੋਜ਼ੀਟਿਵ ਐਂਡ ਦਿਸ ਇਜ਼ ਨੋਨ ਐਜ਼ Cl ਨੈਗੇਟਿਵ। ਠੀਕ ਹੈ, ਹੁਣ ਦੇਖੋ ਆਪਣੇ ਕੋਲ ਇੰਨਾ ਏਰੀਆ ਦੇ ਵਿੱਚ ਆਪਣੇ ਕੋਲ ਜਿਹੜੇ ਮੋਲੀਕਿਊਲ ਐਟਮਸ ਨੇ ਸੋਡੀਅਮ ਐਂਡ ਕਲੋਰੀਨ ਦੇ, ਉਹ ਇੰਨੇ ਕੁ ਏਰੀਆ ਦੇ ਵਿੱਚ ਪ੍ਰੈਜ਼ੈਂਟ ਨੇ। ਇਫ ਵੀ ਇਨਕਰੀਜ਼ ਦਾ ਵੋਲੀਅਮ ਆਫ ਸੋਲਿਊਸ਼ਨ ਵਿਦ ਵਾਟਰ, ਅਗਰ ਵਾਟਰ ਦੇ ਨਾਲ ਆਪਾਂ ਡਿਲੂਸ਼ਨ ਕਰ ਰਹੇ ਹਾਂ, ਇਹਨੂੰ ਕਿੱਥੇ ਤੱਕ ਲੈ ਗਏ, ਲੈਵਲ 2 ਤੱਕ ਲੈ ਗਏ, ਤਾਂ ਜਿਹੜੇ ਇਹ ਵਾਲੇ ਆਪਣੇ ਕੋਲ ਐਟਮਸ ਹੋਣਗੇ ਇਹਨਾਂ ਕੋਲ ਸਪੇਸ ਜ਼ਿਆਦਾ ਹੋ ਜਾਏਗੀ। ਠੀਕ ਹੈ, ਜ਼ਿਆਦਾ ਹੋਣ ਕਰਕੇ ਇੱਕ ਦੂਜੇ ਤੋਂ ਦੂਰ ਜਾਣਗੇ। ਜਦੋਂ ਦੂਰ ਜਾਣਗੇ ਤਾਂ ਦੇਅਰ ਵਿਲ ਬੀ ਮੂਵਮੈਂਟ ਇਨਕਰੀਜ਼, ਤਾਂ ਇਹਨਾਂ ਦੀ ਮੂਵਮੈਂਟ ਕੀ ਹੋਏਗੀ, ਇਨਕਰੀਜ਼, ਜਿਹਦੇ ਨਾਲ ਕੰਡਕਟਿਵਿਟੀ ਕੀ ਹੋਏਗੀ, ਇਨਕਰੀਜ਼। ਦੂਜੀ ਗੱਲ, ਅਗਰ ਆਪਾਂ ਇਹਦੇ ਵਿੱਚੋਂ ਕੰਡਕਟਿਵਿਟੀ ਕੰਸਨਟ੍ਰੇਸ਼ਨ ਇਨਕਰੀਜ਼ ਕਰ ਦਈਏ ਤਾਂ ਜਿਹੜੇ ਆਪਣੇ ਕੋਲ ਪਾਰਟੀਕਲਸ ਹੋਣਗੇ ਆ ਵਾਲੇ, ਇਹਨਾਂ ਦੀ ਕੰਸਨਟ੍ਰੇਸ਼ਨ ਇਨਕਰੀਜ਼ ਹੋ ਜਾਏਗੀ। ਇਨਕਰੀਜ਼ ਹੋਣ ਕਰਕੇ ਫੋਰ ਐਗਜ਼ਾਮਪਲ ਇਹਦੇ 'ਤੇ ਪੋਜ਼ੀਟਿਵ ਚਾਰਜ ਹੈ, ਇਹਦੇ 'ਤੇ ਨੈਗੇਟਿਵ, ਦੋਨੇ ਕੀ ਕਰਨਗੇ, ਇੱਕ ਦੂਜੇ ਨੂੰ ਅਟਰੈਕਟ ਕਰ ਲੈਣਗੇ। ਸੋ ਦੇਅਰ ਵਿਲ ਬੀ ਡਿਕਰੀਜ਼ ਕੰਡਕਟਿਵਿਟੀ। ਹੁਣ ਦੇਖੋ molar conductivity increases with increase in dilution or decrease within concentration. Second point, conductivity decrease with dilution। molar conductivity ਹੈ ਜਿਹੜੀ ਉਹ increase ਹੋ ਰਹੀ ਹੈ, ਬਟ conductivity ਹੈ ਜਿਹੜੀ ਉਹ ਕੀ ਹੋਏਗੀ, decrease। ਕਿਉਂ ਡਿਕਰੀਜ਼ ਹੋਏਗੀ? ਜਿਹੜੀ ਕੰਡਕਟਿਵਿਟੀ ਆ ਆਪਣੇ ਕੋਲ, ਉਹ ਕੀ ਹੁੰਦਾ ਆਪਣੇ ਕੋਲ, ਇੱਕ ਸਪੈਸੀਫਿਕ ਏਰੀਆ ਦੇ ਵਿੱਚ ਲੈਣੇ ਹੁੰਦੇ ਆਪਾਂ ਉਹਨੂੰ। ਜਿਹੜੀ ਆਪਣੇ ਕੋਲ ਮੋਲਰ ਕੰਡਕਟਿਵਿਟੀ ਹੈ, ਦੈਟ ਇਜ਼ ਦਾ ਹੋਲ ਏਰੀਆ। ਜਿਹੜੀ ਆਪਣੇ ਕੋਲ ਕੰਡਕਟਿਵਿਟੀ ਹੈ, ਦੈਟ ਇਜ਼ ਦਾ ਪਰਟੀਕੂਲਰ ਏਰੀਆ। ਹੁਣ ਪਰਟੀਕੂਲਰ ਏਰੀਆ ਮੰਨ ਲਓ ਆਪਾਂ ਲੈ ਰਹੇ ਹਾਂ 1 ਸੈਂਟੀਮੀਟਰ ਸਕੁਏਅਰ। ਠੀਕ ਹੈ, ਤਾਂ ਇੱਥੇ ਪੋਸੀਬਿਲਿਟੀ ਕੀ ਹੈ ਆਪਣੇ ਕੋਲ ਆਇਨਸ ਪਹੁੰਚਣ ਦੀ, ਹੈਗੀ ਵੀ ਹੈ, ਨਹੀਂ ਵੀ ਹੈਗੀ। ਮੀਨਜ਼ ਆਇਨਸ ਉਰੇ ਆ ਵੀ ਸਕਦੇ ਨੇ, ਨਹੀਂ ਵੀ ਆ ਸਕਦੇ। ਠੀਕ ਹੈ, ਇਹ ਤਾਂ ਪੋਸੀਬਿਲਿਟੀ ਹੈ। ਸੋ ਜਿਹੜੀ ਕੰਡਕਟਿਵਿਟੀ ਹੈ, ਅਗਰ ਇੱਥੇ ਆ ਵੀ ਗਏ ਤਾਂ 1 ਜਾਂ 2 ਆਇਨਸ ਆਉਣਗੇ, ਤਾਂ ਕੰਡਕਟਿਵਿਟੀ ਕੀ ਹੋਏਗੀ, ਡਿਕਰੀਜ਼ ਐਜ਼ ਕੰਪੇਅਰ ਟੂ ਹੋਲ ਸੋਲਿਊਸ਼ਨ। So conductivity decrease with dilution, whereas molar conductivity increase with dilution. So we can say that molar conductivity which is bulk factor and conductivity which is unit factor. ਹੁਣ ਦੇਖੋ variation of molar conductivity for strong electrolyte with concentration. What is the effect of strong electrolyte with concentration? molar conductivity ਤੇ ਕੀ ਫਰਕ ਪਏਗਾ? ਦੇਖੋ ਐਸ ਪਹਿਲਾਂ ਹੀ ਆਪਾਂ ਪੜ੍ਹ ਚੁੱਕੇ ਹਾਂ, ਇਟ ਇਨਕਰੀਜ਼ ਵਿਦ ਇਨਕਰੀਜ਼ ਇਨ ਡਿਲੂਸ਼ਨ। ਜਿਹੜੇ ਆਪਣੇ ਕੋਲ ਸਟਰੋਂਗ ਇਲੈਕਟ੍ਰੋਲਾਈਟਸ ਹੁੰਦੇ ਨੇ, ਦੇ ਆਰ ਕੰਪਲੀਟਲੀ ਡਿਸੋਸ਼ੀਏਟ ਹੋਣਗੇ, ਤਾਂ ਜਿਹੜੇ ਆਇਨਸ ਨੇ ਉਹ ਜ਼ਿਆਦਾ ਬਣਨਗੇ। ਆਇਨਸ ਜ਼ਿਆਦਾ ਬਣਨ ਕਰਕੇ ਇਹਨਾਂ ਦੀ ਕੰਡਕਟਿਵਿਟੀ ਕੀ ਹੋਏਗੀ, ਇਨਕਰੀਜ਼। ਠੀਕ ਹੈ, ਹੁਣ ਇੱਕ ਪੁਆਇੰਟ ਜਦੋਂ ਆਪਾਂ ਡਿਲੂਸ਼ਨ ਕਰ ਰਹੇ ਹਾਂ, ਡਿਲੂਸ਼ਨ ਕਰੀ ਜਾ ਰਹੇ ਹਾਂ, ਤਾਂ ਇੱਕ ਪੁਆਇੰਟ ਇੱਦਾਂ ਦਾ ਆਏਗਾ ਜਿੱਥੇ ਆ ਕੇ ਆਪਣੇ ਕੋਲ ਮਿਨੀਮਮ ਕੌਨਸਨਟ੍ਰੇਸ਼ਨ ਆਫ ਦਾ ਸੋਲਿਊਟ ਵਿਲ ਬੀ ਕਮ। ਘੱਟ ਤੋਂ ਘੱਟ ਸੋਲਿਊਟ ਦੀ ਵੈਲਿਊ ਰਹਿ ਜੂਗੀ ਜਾਂ 0 ਵੈਲਿਊ ਰਹਿ ਜੂਗੀ ਸੋਲਿਊਟ ਦੀ, ਤਾਂ ਉਹ ਵਾਲੀ ਜਿਹੜੀ ਕੰਡਕਟਿਵਿਟੀ ਹੋਏਗੀ ਉਹ ਪੁਆਇੰਟ 'ਤੇ ਆ ਕੇ ਉਹਨੂੰ ਕੀ ਕਹਿੰਦੇ ਆਪਾਂ, ਲਿਮਿਟਿੰਗ ਮੋਲਰ ਕੰਡਕਟਿਵਿਟੀ। ਲਿਮਿਟਿੰਗ ਮੋਲਰ ਕੰਡਕਟਿਵਿਟੀ ਇਹਨੂੰ ਰਿਪਰੈਜ਼ੈਂਟ ਕਾਹਦੇ ਨਾਲ ਕਰਦੇ ਹਾਂ, ਡੈਲਟਾ ਨੋਟ ਐਮ। ਠੀਕ ਹੈ, ਲੈਮਡਾ ਨੋਟ ਐਮ ਕੀ ਹੁੰਦਾ, ਦਾ ਕੰਡਕਟਿਵਿਟੀ ਐਟ ਇਨਫਾਈਨਾਈਟ ਡਿਲੂਸ਼ਨ ਔਰ 0 ਕੌਨਸਨਟ੍ਰੇਸ਼ਨ। ਜਾਂ ਆਪਾਂ ਬਹੁਤ ਜ਼ਿਆਦਾ ਡਿਲੂਟ ਕਰ ਦਈਏ ਸੋਲਿਊਸ਼ਨ ਨੂੰ, ਦੈਟ ਮੀਨਜ਼ 0 ਕੌਨਸਨਟ੍ਰੇਸ਼ਨ 'ਤੇ ਜਿਹੜੀ ਕੰਡਕਟਿਵਿਟੀ ਹੋਏਗੀ ਉਹਨੂੰ ਕੀ ਕਹਿੰਦੇ ਆਪਾਂ, ਮੋਲਰ ਕੰਡਕਟਿਵਿਟੀ, ਲਿਮਿਟਿੰਗ ਮੋਲਰ ਕੰਡਕਟਿਵਿਟੀ। ਦਿਸ ਇਜ਼ ਗਿਵਨ ਬਾਈ ਡੀਬੇ ਹਿਕਲ ਸਾਇੰਟਿਸਟ, ਜਿਹਨੇ ਕੀ ਦਿੱਤੀ ਸੀ ਆਪਾਂ ਨੂੰ,
जिसने की दिता सी एक रिलेशन दिता सी टू वेरीफाई द मोलर कंडक्टिविटी फॉर स्ट्रॉन्ग इलैक्ट्रोलाइट। और रिलेशन की सी दैट इज लैम्डा एम विच इज इक्वल टू लैम्डा नॉट एम माइनस ए सी पावर 1/2। हेयर लैम्डा एम इज मोलर कंडक्टिविटी एट एनी कॉन्सनट्रेशन, लैम्डा नॉट एम मोलर कंडक्टिविटी एट इनफिनिटी। ए ਨੂੰ ਕੀ ਲੈ ਰਹੇ ਹਾਂ ਆਪਾਂ ਕੌਨਸਟੈਂਟ ਐਂਡ ਸੀ ਨੂੰ ਆਪਾਂ ਕੀ ਲਿਖ ਸਕਦੇ ਹਾਂ ਅੰਡਰ ਰੂਟ ਸੀ that is under root of concentration. If we are plotting a graph between lambda m and c concentration, ठीक है, c 1/2, it is found that ਕੀ ਹੁੰਦਾ ਆਪਣੇ ਕੋਲ ਜਦੋਂ ਆਪਣੇ ਕੋਲ ਕਨਸਨਟ੍ਰੇਸ਼ਨ ਆਪਾਂ ਕੀ ਕਰਦੇ ਹਾਂ, ਜਦੋਂ ਕਨਸਨਟ੍ਰੇਸ਼ਨ ਆਪਾਂ ਕੀ ਕਰਦੇ ਹਾਂ ਇਨਕਰੀਜ਼ ਕਰਦੇ ਹਾਂ। ਠੀਕ ਹੈ, ਦੇਖੋ ਕਨਸਨਟ੍ਰੇਸ਼ਨ ਆਪਣੇ ਕੋਲ ਕੀ ਹੋ ਰਹੀ ਹੈ ਇਨਕਰੀਜ਼ ਹੋ ਰਹੀ ਹੈ ਤਾਂ ਆਪਣੇ ਕੋਲ ਮੋਲਰ ਕੰਡਕਟਿਵਿਟੀ ਹੈ ਜਿਹੜੀ ਉਹ ਕੀ ਹੋਏਗੀ ਆਪਣੇ ਕੋਲ डिक्रीज होएगी। सो विद इंक्रीज इन कॉन्सनट्रेशन द मोलर कंडक्टिविटी विल बी डिक्रीज। ठीक है, मान लो अपने कोल कोई भी KCl या सोडियम क्लोराइड की एक एग्जाम्पल ले रहे हैं। ठीक है, तो कंडक्टिविटी की हो रही है अपने कोल डिक्रीज हो रही है। सैकेंड पॉइंट मान लो अपने कोल ग्राफ इतों शुरू हो रहा है। ठीक है, तो अपने कोल लाइन है सीधी, अगर आप मोलर कंडक्टिविटी है जी इनफानाइट से फाइंड करनी है तो आप करेंगे एक्सट्रा प्लॉटिंग ऑफ द ग्राफ। जो एक्सट्रा प्लॉट करा तो इनू आप इत्थे ले जाएंगे तो इत्थे कॉन्सनट्रेशन कितनी है अपने को 0, इत्थे कॉन्सनट्रेशन 0 होने करके आ वाले पॉइंट्स में आप कहेंगे लैम्डा एम नॉट। ठीक है, दैट इज़ मोलर कंडक्टिविटी एट 0 कॉन्सनट्रेशन और इनफानाइट डिल्यूशन। सैकेंड फॉर वीक इलैक्ट्रोलाइट्स, ਇਹਦੀ ਕੰਡਕਟਿਵਿਟੀ ਵੀ ਹੈ ਜਿਹੜੀ ਆਪਣੇ ਕੋਲ ਇਨਕਰੀਜ਼ ਹੋਏਗੀ ਵਿਦ ਇਨਕਰੀਜ਼ ਇਨ ਡੈਲਿਊਸ਼ਨ, ਬਟ ਇਟ ਇਜ਼ ਨਾਟ ਰੈਗੂਲਰ ਕਿਉਂਕਿ ਵੀਕ ਇਲੈਕਟ੍ਰੋਲਾਈਟ ਵਿੱਚ ਡੂ ਨਾਟ ਕੰਪਲੀਟ ਡਿਸੋਸ਼ੀਏਟ। ਜਦੋਂ ਕੰਪਲੀਟ ਡਿਸੋਸ਼ੀਏਟ ਨਹੀਂ ਹੋਣਗੇ ਤਾਂ ਇਹਦੀ ਜਿਹੜੀ ਕੰਡਕਟਿਵਿਟੀ ਹੈ ਕੀ ਹੋਏਗੀ ਲੈਸ ਹੋਏਗੀ ਐਜ਼ ਕੰਪੇਅਰ ਟੂ ਸਟਰੋਂਗ ਇਲੈਕਟ੍ਰੋਲਾਈਟ। ਹੁਣ ਅਗਰ ਆਪਾਂ ਇਹਨੂੰ ਗ੍ਰਾਫ ਦੇ ਵਿੱਚ ਲੈ ਰਹੇ ਹਾਂ ਲੈਮਡਾ ਐਮ ਇੰਟੂ ਸੀ 1/2 ਦੈਟ ਮੀਨਸ ਕੌਨਸਨਟ੍ਰੇਸ਼ਨ ਫॉर ਵੀਕ ਇਲੈਕਟ੍ਰੋਲਾਈਟ, ਤਾਂ ਗ੍ਰਾਫ ਹੈ ਜਿਹੜਾ ਆਪਣੇ ਕੋਲ ਜਸਟ ਲਾਈਕ ਦਿਸ ਇੱਦਾਂ ਦਾ ਗ੍ਰਾਫ ਆਏਗਾ। ਹੁਣ ਅਗਰ ਇੱਦਾਂ ਦਾ ਗ੍ਰਾਫ ਆ ਰਿਹਾ ਇੱਥੋਂ, ਅਗਰ ਆਪਾਂ ਇਹਦੀ ਲੈਮਡਾ ਨੋਟ ਐਮ ਫਾਈਂਡ ਕਰਨੀ ਹੋਵੇ ਤਾਂ ਨਹੀਂ ਕਰ ਸਕਦੇ ਬਾਇਓਗ੍ਰਾਫਿਕਲੀ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਅਗਰ ਐਕਸਟਰਾ ਪਲਾਟ ਵੀ ਕਰਾਂਗੇ ਤਾਂ ਆਪਾਂ ਅੱਗੇ ਅੱਗੇ ਜਾਈ ਜਾਏਗਾ ਗ੍ਰਾਫ, ਦੈਟ ਵਿਲ ਨਾਟ ਕਮ ਐਟ ਦਿਸ ਪੁਆਇੰਟ। ਇਹ ਪੁਆਇੰਟ ਤੇ ਕਦੇ ਵੀ ਨਹੀਂ ਆਏਗਾ। ਸੋ ਵੀ ਕੈਨ ਨਾਟ ਫਾइंड द मोलर कंडक्टिविटी फॉर वीक इलैक्ट्रोलाइट्स बाय ग्राफिकली। ठीक है, तो उसनू सॉल्व करने ਲਈ साइंटिस्ट दैट इज़ कोलरैच जिसने अपनी की दी एक लॉ दी दैट इज़ नोन एज कोलरैच लॉ।